सहमत। ਉਸ ਦੀ ਭਰਪੂਰੀ ਵਿੱਚੋਂ ਅਸਾਂ ਸਭਨਾਂ ਨੇ ਪਾਇਆ ਕਿਰਪਾ ਉੱਤੇ ਕਿਰਪਾ। ਹਾਲੇਲੂਇਆ। ਹਾਲੇਲੂਇਆ। ਪਾਇਆ ਦੀ ਭਰਪੂਰੀ ਜੋ ਕਿਰਪਾ ਕਿਰਪਾ ਉੱਤੇ ਕਿਰਪਾ। ਕਿਰਪਾ ਪਾਈ। ਹਾਲੇਲੂਇਆ। 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 ਕਿਰਪਾ ਉੱਤੇ ਕੀ ਪਾਈ ਹੈ? ਕਿਰਪਾ। ਕਿਰਪਾ ਪਾਈ ਹੈ। ਹਾਲੇਲੂਇਆ। ਹਾਲੇਲੂਇਆ। ਮੇਰਾ ਕਿਤੇ ਮਕਸਦ ਹੋਰ ਸੀ ਬੋਲਣਾ, ਪਰ ਪਰਮੇਸ਼ਰ ਨੇ ਕਿਤੇ ਹੋਰ ਬੁਲਾਤਾ। ਹਾਲੇਲੂਇਆ। ਹਾਲੇਲੂਇਆ। ਪਰਮੇਸ਼ਰ ਨੇ ਕਰਤੇ ਬੁਲਾਇਆ ਕਿਰਪਾ। ਕਿਰਪਾ। ਤੇ ਕਿੰਨੇ ਜਾਣੇ ਕਿਰਪਾ ਲੈਣੀ ਚਾਹੁੰਦੇ ਆ? ਕਿੰਨੇ ਜਾਣੇ? ਕਿੰਨੇ ਜਾਣੇ ਕਿਰਪਾ ਲੈਣੀ ਚਾਹੁੰਦੇ ਆ? ਕਿਰਪਾ ਕਿਹਦਾ ਮੈਨੂੰ? ਹਾਲੇਲੂਇਆ। ਕਿਰਪਾ ਕਿਸ ਤਰੀਕੇ ਮਿਲੇਗੀ? ਕਿਰਪਾ ਮਿਲਣ ਦਾ ਤਰੀਕਾ ਇੱਕ ਫਾਰਮੂਲਾ ਹੈ। ਬਾਈਬਲ ਵਿੱਚ ਤੁਹਾਨੂੰ ਕਿਰਪਾ ਨਹੀਂ ਮਿਲਦੀ ਜਦ ਤੱਕ ਤੁਸੀਂ ਬਾਈਬਲ ਨੂੰ ਸਮਝਦੇ ਨਹੀਂ। ਕਿਰਪਾ ਹੈ ਵੀ ਬਾਈਬਲ ਵਿੱਚ ਹੀ ਹੈ। ਹਾਲੇਲੂਇਆ। ਕਿਰਪਾ ਹੈ ਵੀ ਬਾਈਬਲ ਦੇ ਵਿੱਚ ਹੀ ਹੈ। ਫਿਰ ਇਸ ਆਇਤ ਨੂੰ ਪੜਾਂਗੇ ਅਸੀਂ। ਉਸ ਦੀ ਭਰਪੂਰੀ ਵਿੱਚੋਂ ਉਸ ਦੀ ਭਰਪੂਰੀ ਵਿੱਚੋਂ ਅਸਾਂ ਸਭਨਾਂ ਨੇ ਪਾਇਆ ਅਸਾਂ ਸਭਨਾਂ ਨੇ ਪਾਇਆ ਕਿਰਪਾ ਉੱਤੇ ਕਿਰਪਾ। ਕਿਰਪਾ ਉੱਤੇ ਕਿਰਪਾ। ਹਾਲੇਲੂਇਆ। ਹਾਲੇਲੂਇਆ। ਭੈਣ ਜੀ ਦੀ ਅੱਖਾਂ ਖੋਲ੍ਹੋ ਚ ਬੜਾ ਮਾਰ ਕੇ। ਹਾਲੇਲੂਇਆ। ਹਾਲੇਲੂਇਆ। ਜਿਹਨੂੰ ਮਾਰ ਕੇ ਕਿਤੋਂ ਨਾ ਮਾਰੀ ਚਪੇੜ ਤੋਂ ਉਹਦੀ ਮੈਂ ਮਾਰ ਨਹੀਂ ਆਉਂਦਾ। ਹਾਲੇਲੂਇਆ। ਹਾਲੇਲੂਇਆ। ਇਹਦੇ ਚਪੇੜ ਮਾਰ ਕੇ ਧਿਆਨ ਸਿੱਧਾ ਕਰੋ। ਇਹਦਾ ਚਪੇੜ ਮਾਰ ਕੇ ਤੋਂ ਚਪੇੜ ਮਾਰ ਕੇ ਚਪੇੜ ਮਾਰ ਕੇ ਹੁਣ ਨਹੀਂ ਹੈਗੀ। ਸਿੱਧਾ ਕਰੋ ਧਿਆਨ ਨਾਲ ਮੇਰੇ ਵੱਲ। ਹਾਲੇਲੂਇਆ। ਹਾਲੇਲੂਇਆ। ਇਹ ਵਾਰ-ਵਾਰ ਜਾਂ ਬੋਲਣ ਲਾਈਵ ਹੋ ਰਿਹਾ, ਤੁਹਾਡੀ ਬੇਇੱਜ਼ਤੀ ਹੋ ਰਹੀ। ਹਾਲੇਲੂਇਆ। ਹਾਲੇਲੂਇਆ। ਇਹ ਭੈਣ ਮੇਰੀ, ਇਸ ਕਰਕੇ ਆਪਣਾ ਖਿਆਲ ਰੱਖੋ। ਤੁਹਾਡੇ ਬੇਟੇ ਤੇ ਕਿਰਪਾ ਹੋਈ। ਹਾਂਜੀ, ਉੱਠ ਕੇ ਇੱਧਰ ਆ ਜਾਓ। ਇਹਨਾਂ ਦੀ ਫੋਟੋ ਪੂਰੀ ਵਿੱਚ ਆਉਣੀ ਚਾਹੀਦੀ। ਇੱਥੇ ਆ ਜਾਓ। ਇੱਥੇ ਆ ਜਾਓ। ਤੁਹਾਡੇ ਬੇਟੇ ਤੇ ਕਿਰਪਾ ਹੋਈ। ਕੀ ਕਿਰਪਾ ਹੋਈ ਤੁਹਾਡੇ ਬੇਟੇ ਤੇ? मेरा बेटा बीमार बहुत सीगा, उसकी तो बहुत ज़्यादा हुई चंगा। ਚੰਗਾ ਹੋ ਗਿਆ। ਹਾਲੇਲੂਇਆ। ਹਾਲੇਲੂਇਆ। ਇਹ ਚੰਗਾ ਕਿਵੇਂ ਹੋਇਆ? प्रार्थना कर अभी पास्टर जी को आए, इन्होंने दसिया नीतू ने कि असं पास्टर जी को आए, इन्होंने प्रार्थना की। प्रार्थना करन दे नाले बहुत ज़्यादा चंगा हो गया। अज ये भज्जा फिरदा। ਹਾਲੇਲੂਇਆ। ਅੱਜ ਨੀਤੂ ਨੇ ਦੱਸਿਆ ਕਿ ਤੁਹਾਡਾ ਦੁੱਖ ਕਿੱਥੇ ਚਲਾ ਗਿਆ। ਤੁਹਾਨੂੰ ਪਤਾ? ਨੀਤੂ, ਤੁਸੀਂ ਉਹਦਾ ਇਨਸਾਨ ਨਹੀਂ ਦੇ ਸਕਦੇ। ਸਾਰੀ ਉਮਰ ਨਹੀਂ ਦੇ ਸਕਦੇ। हाँ, ਹੁਣ ਚਰਚ ਵਿੱਚ ਕਿਉਂ ਨਹੀਂ ਆ ਰਹੇ? और फिर दिक्कत भी बहुत आ रही है। ਹਾਂਜੀ, दिक्कत आ रही है, कोई सामान बहुत ज़्यादा हो, ये खराब काम हो रहा बहुत। ਇਹ ਪਹਿਲਾਂ ਨਹੀਂ ਖਰਾਬ ਹੁੰਦਾ ਸੀ। नहीं जी, ਪਹਿਲਾਂ ਤੁਹਾਡਾ ਬੱਚਾ ਖਰਾਬ ਸੀ। ਆ ਵੇਖੋ ਫਰਕ ਇਹਨਾਂ ਦਾ। ਪਹਿਲਾਂ ਬੱਚਾ ਖਰਾਬ ਸੀ, ਚੱਲ ਨਹੀਂ ਸਕਦਾ ਸੀ, ਤਾਂ ਇਹ ਚਰਚ ਆਉਂਦੇ ਸੀ। ਇਹਨਾਂ ਨੂੰ ਨੀਤੂ ਨੇ ਦੱਸਿਆ ਤੇ ਬੱਚਾ ਚੰਗਾ ਹੋ ਗਿਆ। ਹਾਲੇਲੂਇਆ। ਹਾਲੇਲੂਇਆ। ਪਰ ਇਹ ਜਿਸ ਦਿਨ ਪਹਿਲੇ ਦਿਨ ਆਏ ਸੀ, ਇਹਨਾਂ ਨੇ ਇੱਕੋ ਗੱਲ ਕਹੀ ਸੀ ਕਿ ਜੇ ਤੁਸੀਂ ਚਰਚ ਸੱਚ ਦੀ ਆਵਾਜ਼ ਛੱਡ ਦਿੱਤੀ ਤੇ ਤੁਹਾਡਾ ਬੇੜਾ ਗਰਕ ਹੋਏਗਾ। ਹੁਣ ਉਹ ਸਮਾਨ ਖਰਾਬ ਹੋ ਰਿਹਾ, ਤਾਂ ਸਮਾਨ ਖਰਾਬ ਹੋ ਰਿਹਾ। ਹਾਲੇਲੂਇਆ। ਹਰਾਮਕਾਰੀ ਆ ਗਈ ਤੁਹਾਡੇ ਘਰ ਦੇ ਵਿੱਚ, ਬਦਫੈਲੀ ਆ ਗਈ ਤੁਹਾਡੇ ਘਰ ਦੇ ਵਿੱਚ, ਝੂਠ ਆ ਗਿਆ ਤੁਹਾਡੇ ਘਰ ਦੇ ਵਿੱਚ। ਤੁਹਾਡੇ ਘਰ ਦੇ ਵਿੱਚ ਇਹ ਚੀਜ਼ਾਂ ਆ ਗਈਆਂ ਨੇ। ਕਿਉਂ? ਕਿ ਤੁਸੀਂ ਚਰਚ ਆਉਣਾ ਹੁਣ ਬੰਦ ਕਰ ਦਿੱਤਾ। ਹਾਲੇਲੂਇਆ। ਹਾਲੇਲੂਇਆ। ਜਿਸ ਤਰੀਕੇ ਤੁਸੀਂ ਪਹਿਲਾਂ ਆਉਂਦੇ ਸੀ ਉਸੇ ਤਰੀਕੇ ਆਓ, ਇਹ ਵੀ ਕੰਮ ਠੀਕ ਹੋ ਜਾਣਗੇ। ਹਾਲੇਲੂਇਆ। ਹਾਲੇਲੂਇਆ। ਤੁਹਾਡੇ ਪਤੀ ਦੀ ਬਾਂਹ ਨੂੰ ਕੀ ਹੋਇਆ ਸੀਗਾ? और बान डेग गया कि पता नहीं कितना सट लगी थी। मनो ठीक है, काम करता है। ਠੀਕ ਕਿੱਦਾਂ ਹੋਈ ਸੀਗੀ? पास्टर जी ने प्रार्थना की थी साढ़े घर में, इसके दिन प्रार्थना की थी। ਹਾਲੇਲੂਇਆ। ਠੀਕ ਕੀਤੀ। ਉਹਦੀ ਬਾਂਹ ਤੇ ਪ੍ਰਾਰਥਨਾ ਕੀਤੀ ਕਿ ਉਹਦੀ ਟੁੱਟੀ ਹੋਈ ਹੱਡੀ ਵੀ। ਹਾਲੇਲੂਇਆ। ਪਰ ਉਹ ਪਰਮੇਸ਼ਰ ਦਾ ਵਿਰੋਧੀ ਹੋ ਗਿਆ। ਉਹ ਪਰਮੇਸ਼ਰ ਨੂੰ ਗਾਲਾਂ ਕੱਢਣ ਲੱਗ ਗਿਆ। ਪ੍ਰਭੂ ਦਾ ਭਲਾ ਕਰੇ। ਸਾਰੇ ਬੋਲੋ, ਪ੍ਰਭੂ ਦਾ ਭਲਾ ਕਰੇ। ਕੀ ਕਰੇ? ਉਹਦਾ ਭਲਾ ਕਰੇ। ਉਹਦਾ ਭਲਾ ਕਰੇ। ਉਹਦਾ ਕੀ ਕਰੇ? ਭਲਾ ਕਰੇ। ਹਾਲੇਲੂਇਆ। ਹਾਲੇਲੂਇਆ। ਉਹਦਾ ਪ੍ਰਭੂ ਕੀ ਕਰੇ? ਭਲਾ ਕਰੇ। ਭਲਾ ਕਰੇ ਪ੍ਰਭੂ ਉਹਦਾ। ਹਾਲੇਲੂਇਆ। ਹਾਲੇਲੂਇਆ।
ਤੁਹਾਡਾ ਨੁਕਸਾਨ ਇਸ ਕਰਕੇ ਹੋ ਰਿਹਾ ਕਿ ਜਿਹੜਾ ਹੁਣ ਤੁਸੀਂ ਚਰਚ ਆਵਾਂਗੇ ਪਾਠ ਅੱਗੇ ਰੋਜ਼ ਤੁਸੀਂ ਚਰਚ ਆ ਕੇ ਸਫਾਈ ਕਰਦੇ ਸੀਗੇ ਤੇ ਤੁਹਾਡੇ ਬੱਚੇ ਦੀ ਸਫਾਈ ਹੋ ਗਈ ਦੇਖਾਂਗੇ। ਹਾਲੇਲੂਇਆ ਹਾਲੇਲੂਇਆ। ਇਹ ਤੁਹਾਡੇ ਤੇ ਡਿਪੈਂਡ ਹੈ ਕਿ ਤੁਸੀਂ ਆਪਣੇ ਘਰ 'ਚ ਸੁੱਖ ਸ਼ਾਂਤੀ ਚਾਹੁੰਦੇ ਹੋ ਜਾਂ ਨਹੀਂ ਚਾਹੁੰਦੇ। ਹਾਲੇਲੂਇਆ। ਇਹ ਤੁਹਾਡੇ ਤੇ ਡਿਪੈਂਡ ਹੈ। ਜੋ ਡਿਪੈਂਡ ਸਾਡੇ ਤੇ ਸੀ, ਅਸੀਂ ਪਰਮੇਸ਼ਰ ਅੱਗੇ ਪ੍ਰਾਰਥਨਾ ਕੀਤੀਆਂ, ਤੁਸੀਂ ਉਸ ਕੰਮ ਨੂੰ ਮੰਨਿਆ ਤੇ ਤੁਹਾਡਾ ਬੇਟਾ ਰਾਮਾ ਦੌੜਨ ਲੱਗ ਗਿਆ। ਹਾਲੇਲੂਇਆ। ਹੁਣ ਮੈਨੂੰ ਪਰਮੇਸ਼ਰ ਨੇ ਰਾਮੇ ਬਾਰੇ ਇੱਕ ਚੀਜ਼ ਦੱਸੀ। ਇਹ ਮੋਟਰਸਾਈਕਲ ਤੋਂ ਗਿਰ ਕੇ ਤੇ ਬੜੀ ਵੱਡੀ ਸੱਟ ਲੱਗ ਗਈ। ਉਹ ਕਿਉਂ ਲੱਗ ਰਹੀ ਹੈ ਉਹਦੇ ਬਾਰੇ ਨਹੀਂ ਪੁੱਛੋ। ਇਹਦੇ ਵਿੱਚ ਇਹਨਾਂ ਦੇ ਘਰ ਦੇ ਵਿੱਚ ਬਦਕਾਰੀ ਹੋ ਗਈ। ਉਸ ਬਦਕਾਰੀ ਨੂੰ ਘਰ ਵਿੱਚ ਨਾ, ਉਸ ਬਦਕਾਰੀ ਦੇ ਨਾਮ ਨਾਲ ਵੱਲ ਨਾ। ਮਿਹਨਤ ਕਰੋ ਤੇ ਫਲ ਪਾਓ। ਹਾਲੇਲੂਇਆ ਹਾਲੇਲੂਇਆ। ਕੀ ਚਾਹੁੰਦੇ ਹੋ ਤੁਸੀਂ ਕਿ ਰਾਮੇ ਦੇ ਗੋਡੇ ਟੁੱਟ ਜਾਣ? ਨਹੀਂ ਜੀ। ਇਹ ਰਾਮੇ ਦੇ ਗੋਡੇ ਇਸ ਤਰੀਕੇ ਨਹੀਂ ਟੁੱਟਣਗੇ। ਰਾਮੇ ਨੂੰ ਛੇਤੀ ਨਾ ਵਰਤਣ ਦਿਓ। ਹੁਣ ਰਾਮੇ ਦਾ ਵਾਅਦਾ ਸੀ ਕਿ ਮੈਂ ਚਰਚ ਆ ਕੇ ਸਫਾਈ ਕਰਿਆ ਕਰੂੰ। ਉਹ ਰਾਮਾ ਵੀ ਘਰ ਬਹਿ ਗਿਆ ਤੇ ਤੁਸੀਂ ਵੀ ਗਏ। ਆਵਾਂਗੇ ਕਿਉਂ ਨਹੀਂ ਮਨਾਵਾਂਗੇ। ਤੇ ਇਹ ਹੁਣ ਪਿਛਲੇ ਹਫ਼ਤੇ 'ਚ ਕਿੰਨੇ ਦਿਨ ਆਏ ਹੋ? ਨਹੀਂ ਆਏ ਤੇ ਤਾਂ ਹੀ ਮੈਨੂੰ ਪਰਮੇਸ਼ਰ ਨੇ ਦੱਸਿਆ। ਆਓਗੇ ਤੇ ਤੁਹਾਡੇ ਘਰ 'ਚ ਜਿਹੜੀ ਬੇਸਲੂਕੀ ਹੈ ਉਹ ਵੀ ਸਲੂਕੀ ਹੋ ਜਾਏਗੀ। ਜਿਹੜਾ ਤੁਹਾਡੇ ਘਰ 'ਚ ਪੈਸਾ ਨਹੀਂ ਠਹਿਰਿਆ ਉਹ ਵੀ ਠਹਿਰ ਜਾਵੇਗਾ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਕਿਰਪਾ ਤੇ ਕਿਰਪਾ, ਕਿਰਪਾ ਤੇ ਕਿਰਪਾ, ਕਿਰਪਾ ਤੇ ਕਿਰਪਾ ਹੋਈ। ਹਾਲੇਲੂਇਆ। ਕਿਰਪਾ ਤੇ ਕਿਰਪਾ ਹੋਈ। ਹਾਲੇਲੂਇਆ। ਤੇ ਹੁਣ ਮੈਂ 10 ਉਹਦੀ 16 ਹੀ ਪੜਾਂ। ਅਤੇ ਮੇਰੀਆਂ ਹੋਰ ਵੀ ਭੇਡਾਂ ਹਨ। ਹਾਲੇਲੂਇਆ ਹਾਲੇਲੂਇਆ। ਲਿਖਿਆ ਗਿਆ ਅਤੇ ਮੇਰੀਆਂ ਹੋਰ ਵੀ ਭੇਡਾਂ ਹਨ ਜਿਹੜੀਆਂ ਇਸ ਬਾੜੇ ਦੀਆਂ ਨਹੀਂ। ਜਿਹੜੀਆਂ ਇਸ ਬਾੜੇ ਦੀਆਂ ਨਹੀਂ। ਮੈਨੂੰ ਚਾਹੀਦਾ ਹੈ ਮੈਨੂੰ ਚਾਹੀਦਾ ਹੈ ਜੋ ਉਹਨਾਂ ਨੂੰ ਵੀ ਲਿਆਵਾਂ ਉਹਨਾਂ ਨੂੰ ਵੀ ਲੈ ਕੇ ਆਵਾਂ। ਔਰ ਉਹ ਮੇਰੀ ਆਵਾਜ਼ ਸੁਣਨਗੀਆਂ ਉਹ ਮੇਰੀ ਆਵਾਜ਼ ਸੁਣਨਗੀਆਂ ਅਤੇ ਇੱਕੋ ਇੱਜੜ ਔਰ ਇੱਕੋ ਇੱਜੜ ਅਤੇ ਇੱਕੋ ਇਆਲੀ ਹੋਵੇਗਾ। ਔਰ ਇੱਕੋ ਇਆਲੀ ਹੋਵੇਗਾ। ਹਾਲੇਲੂਇਆ। ਇਹ ਕਿੰਨੇ ਕਾ ਪ੍ਰਭੂ ਯਿਸੂ ਮਸੀਹ ਨੇ ਕਹਿੰਦਾ ਹੋਰ ਵੀ ਭੇਡਾਂ ਨੇ, ਉਹ ਵੀ ਦੁੱਖ ਵਿੱਚ ਨੇ। ਹਾਲੇਲੂਇਆ। ਉਹਨਾਂ ਨੂੰ ਵੀ ਜਾ ਕੇ ਦੱਸੋ ਉਹਨਾਂ ਦੇ ਘਰਾਂ ਵਿੱਚ ਵੀ ਯਿਸੂ ਮਸੀਹ ਸੱਚ ਦੀ ਆਵਾਜ਼ ਵਿੱਚ ਹੈ, ਵਾਲਾ ਗੋਬਿੰਦ ਸਰ ਵਿੱਚ ਹੈ, ਉਹ ਲੰਗੜਿਆਂ ਨੂੰ ਚਲਾਉਂਦਾ ਹੈ। ਹਾਲੇਲੂਇਆ ਹਾਲੇਲੂਇਆ। ਹੁਣ ਇਹ ਕੰਮ ਹੈ ਤੁਹਾਡਾ ਭੈਣ ਜੀ, ਹੁਣ ਇਹ ਕੰਮ ਹੈ ਅਮਰ ਜੀ ਤੁਹਾਡਾ। ਹਾਲੇਲੂਇਆ। ਇਹ ਨਹੀਂ ਕੰਮ ਹੈਗਾ ਕਿ ਅਸੀਂ ਘਰੇ ਬੈਠੀਏ। ਉਹ ਤੁਹਾਡਾ ਕੰਮ ਹੈ ਪਰਮੇਸ਼ਵਰ ਦਾ ਵਚਨ ਨੂੰ ਫੈਲਾਉਣਾ ਤੇ ਦੱਸਣਾ ਜਾ ਕੇ। ਹਾਲੇਲੂਇਆ। ਤੇ ਤੁਸੀਂ ਜਿਹੜਾ ਆਲਸ ਪਾਇਆ, ਬਦਕਾਰੀ ਪਾਈ, ਉਹ ਨਹੀਂ ਪਾਉਣੀ ਹੈਗੀ। ਹਾਲੇਲੂਇਆ। ਹੋਰ ਵੀ ਭੇਡਾਂ ਹੈ ਪਰਮੇਸ਼ਵਰ ਦੀਆਂ ਜਿਹੜੀਆਂ ਨਹੀਂ ਚੱਲ ਸਕਦੀਆਂ। ਹੋਰ ਵੀ ਭੇਡਾਂ ਹੈ ਜਿਨ੍ਹਾਂ ਨੂੰ ਅਸਤਾਨਾਂ ਤੋਂ ਜਵਾਬ ਮਿਲ ਚੁੱਕਾ ਹੈ। ਅਸੀਂ ਆਪਣੇ ਕੰਮ ਤੱਕ ਮਕਸਦ ਨਾ ਰੱਖੀਏ। ਤੁਹਾਨੂੰ ਪਰਮੇਸ਼ਵਰ ਨੇ ਇਸ ਕਰਕੇ ਰਾਮਾ ਜੀ ਕਰਕੇ ਦਿੱਤਾ ਕਿ ਮੇਰਿਆਂ ਕੰਮਾਂ ਨੂੰ ਕਰੋ। ਮੇਰਿਆਂ ਕੰਮਾਂ ਨੂੰ ਇਸ ਕਰਕੇ ਰਾਜੂ ਨੂੰ ਬਚਾਇਆ ਸੀ ਕਿ ਮੇਰਿਆਂ ਕੰਮਾਂ ਨੂੰ ਕਰੋ। ਇਸ ਕਰਕੇ ਜੇਲ੍ਹ ਵਿੱਚੋਂ ਕੈਦੀ ਬਾਹਰ ਲਿਆਉਂਦਾ ਕਿ ਮੇਰਿਆਂ ਕੰਮਾਂ ਨੂੰ ਕਰੋ। ਇਸ ਕਰਕੇ ਹਾਲੇਲੂਇਆ ਹਾਲੇਲੂਇਆ। ਪਿਛਲੇ ਦਿਨਾਂ ਦੇ ਵਿੱਚ ਇੱਕ ਬੇਟਾ ਇੱਕ ਬੇਟੀ ਆਈ ਸੀ। ਘੰਟਾ ਭਰ ਮੇਰੇ ਕੋਲ ਬੈਠੇ ਨੇ। ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਪੁੱਛਿਆ ਕਿ ਅਸੀਂ ਧੂਪ ਤਕਾ ਸਕਦੇ ਹਾਂ। ਮੈਂ ਭਾਈ ਮੇਰੇ ਵੱਲੋਂ 10 ਵਾਰੀ ਤਕਾ, ਮੈਨੂੰ ਕੋਈ ਇਤਰਾਜ਼ ਨਹੀਂ। ਹਾਲੇਲੂਇਆ। ਕਿਉਂਕਿ
ਜਿਹੜੀਆਂ ਉਹਨੇ ਇੱਥੇ ਇੱਕ ਗਵਾਹੀਆਂ ਸੁਣੀਆਂ, ਸੱਚੀਆਂ ਗਵਾਹੀਆਂ। ਕਹਿੰਦੇ ਸੱਚਾਈ ਨੂੰ ਜਾਣੋਗੇ ਤੇ ਜੇ ਸੱਚਾਈ ਮਗਰ ਚੱਲੋਗੇ ਤੇ ਸੱਚਾਈ ਤੁਹਾਨੂੰ ਬਚਾ ਲਵੇ। ਉਹਦੀ ਮਾਂ ਪਾਣੀਪਤ ਦੇ ਵਿੱਚ ਬੋਲ ਨਹੀਂ ਸਕਦੀ, ਚੱਲ ਨਹੀਂ ਸਕਦੀ, ਲਗੜਾ ਕੇ ਚੱਲ ਰਹੀ ਹੈ ਪੈਰਾਲਿਸਿਸ। ਉਹਦੇ ਵਾਸਤੇ ਜਦੋਂ ਅੰਦਰ ਬੈਠ ਕੇ ਪ੍ਰਾਰਥਨਾ ਕੀਤੀ ਤਾਂ ਉਹਨੇ ਉਸੇ ਵਕਤ ਜੈ ਮਸੀਹ ਹਾਲੇਲੂਇਆ ਬੋਲਿਆ, ਹਾਲੇਲੂਇਆ ਹਾਲੇਲੂਇਆ। ਪਰ ਉਸ ਤੋਂ ਬਾਅਦ ਉਹਦਾ ਫੋਨ ਆਇਆ, ਫੋਨ ਕੀਤਾ ਉਹਨੇ ਕਿ ਮੈਂ ਦਿਖਾ ਸਕਦਾ, ਮੈਂ ਦਿਖਾ ਲਾ, ਕੋਈ ਗੱਲ ਨਹੀਂ, ਤੇ ਨਵਾਂ ਬਣ। ਫਿਰ ਉਹਦੇ ਫੋਨ ਦੇ ਵਿੱਚ ਉਹਨੂੰ ਫੋਨ ਤੇ ਗੱਲਬਾਤ ਹੋਈ ਕਿ ਉਹ ਫੋਨ ਨਹੀਂ ਚੱਕਦਾ ਸੀ। ਉਹਨੂੰ WhatsApp ਤੇ ਬੋਲ ਕੇ ਮੈਸੇਜ ਭੇਜਿਆ ਕਿ ਭਾਈ ਤੁਸੀਂ ਫੋਨ ਕਿਉਂ ਨਹੀਂ ਚੱਕਦੇ? ਕਹਿੰਦਾ ਮੈਂ ਫੋਨ ਇਸ ਕਰਕੇ ਨਹੀਂ ਚੱਕਦਾ ਕਿ ਤੁਹਾਡੇ ਇੱਕ ਉੱਥੇ ਬੋਲਿਆ ਗਿਆ ਸੀ ਕਿ ਜੇ ਦੂਜੀ ਚਰਚ ਜਾਂਦੇ ਆ ਤਾਂ ਤਕਲੀਫ ਹੋ ਜਾਂਦੀ ਹੈ। ਦੂਜੀ ਚਰਚ ਦਾ ਮਤਲਬ ਜਦੋਂ ਫੇਰ ਅਸੀਂ ਉਹਨਾਂ ਪਾਸੇ ਤਕਲੀਫ ਹੋ ਜਾਂਦੀ ਹੈ, ਮੈਂ ਇਸ ਕਰਕੇ ਨਹੀਂ। ਮੈਂ ਬੇਟਾ ਤੇਰੇ ਪਿਓ ਕਿੰਨੇ ਨੇ? ਕਹਿੰਦਾ ਇੱਕ। ਮੈਂ ਜੇ ਕਿਸੇ ਦੂਜੇ ਨੂੰ ਪਿਓ ਕਵੇਂਗਾ ਤੇ ਫਿਰ ਤੇਰਾ ਪਿਓ ਗੁੱਸਾ ਕਰੂਗਾ ਕਿ ਨਹੀਂ? ਕਹਿੰਦਾ ਕਰੂਗਾ। ਮੈਂ ਕਿਹਾ ਜੇ ਤੂੰ ਜਿਹੜੇ ਡਾਕਟਰ ਕੋਲੇ ਇਲਾਜ ਕਰਾਏਗਾ ਉੱਥੇ ਫੀਸ ਦੇਏਗਾ ਕਿਤੇ ਹੋਰ? ਕਹਿੰਦਾ ਉੱਥੇ। ਮੈਂ ਇਹ ਸਮਾਂ ਅਜੇ ਤੇਰੇ ਤੇ ਬਹੁਤ ਦੂਰ ਆ। ਤੇਰੀ ਮਾਂ ਨੂੰ ਠੀਕ ਹੋ ਜਾਣ ਦੇ, ਦੌੜ ਲੈਣ ਦੇ, ਗਵਾਹੀ ਦੇ ਲੈਣ ਦੇ, ਫਿਰ ਇਹ ਲਾਗੂ ਹੋਣਾ ਤੇਰੇ ਤੇ। ਅਜੇ ਮੈਂ ਕਹਿੰਦਾ ਨਕੋਦਰ ਵਾਲੇ ਸਾਈਆਂ ਕੋਲ ਜਾਣਾ ਹੈ। ਮੈਂ ਕਿਹਾ ਜਾ, ਮੈਂ ਤੈਨੂੰ ਕਦੋਂ ਰੋਕਿਆ? ਕਹਿੰਦਾ ਜੇ ਮੈਂ ਤੋਂ ਠੀਕ ਹੋ ਕੇ ਉੱਥੇ ਜਾਊਂਗਾ ਤਾਂ ਕੀ ਹੋਵੇਗਾ? ਜੋ ਤੂੰ ਸੁਣਿਆ ਹੈ, ਜੋ ਤੂੰ ਸੁਣਿਆ ਹੈ, ਇਹ ਸੱਚ ਸੁਣਿਆ ਹੈ। ਸੱਚਾਈ ਨੂੰ ਜਾਣੋਗੇ ਤਾਂ ਸੱਚਾਈ ਆਜ਼ਾਦ ਕਰੇਗੀ। ਹਾਲੇਲੂਇਆ ਆਜ਼ਾਦ ਕਰੇਗੀ। ਜੇ ਤੁਸੀਂ ਉਹੀ ਕੰਮ ਫੇਰ ਕਰਨ ਲੱਗੇ, ਹੋਰ ਚਰਚਾ ਦੇ ਜਾਣ ਲੱਗੇ, ਤੇ ਉਹ ਹੋਵੇਗਾ ਜੋ ਤੁਸੀਂ ਸੁਣਿਆ। ਅੱਜ ਪਰਮੇਸ਼ਵਰ ਨੇ ਤੁਹਾਨੂੰ ਚੰਗਾ ਕੀਤਾ ਹੈ ਸੱਚ ਦੀ ਆਵਾਜ਼ ਦੇ ਲਈ, ਇੱਥੇ ਲੋਕ ਜੋੜਨ ਦੇ ਲਈ, ਹੋਰ ਚਰਚਾ ਤੇ ਜਾਣ ਦੇ ਲਈ ਨਹੀਂ, ਘਰ 'ਚ ਹੋਰ ਮੂਰਤੀਆਂ ਲਾਉਣ ਦੇ ਲਈ ਨਹੀਂ, ਘਰ ਦੇ ਵਿੱਚ ਸਲੀਬਾਂ ਤੇ ਯਿਸੂ ਮਸੀਹ ਦੀ ਮੂਰਤ ਲਾਉਣ ਦੇ ਲਈ ਨਹੀਂ। ਹਾਲੇਲੂਇਆ। ਇਸੇ ਤਰ੍ਹਾਂ ਜਦੋਂ ਅਸੀਂ ਅਣ ਆਗਿਆਕਾਰੀ ਕਰਦੇ ਹਾਂ ਤਾਂ ਵਿਪਤਾ ਆਉਂਦੀ ਹੈ। ਕੀ ਆਉਂਦੀ ਹੈ? ਵਿਪਤਾ ਆਉਂਦੀ। ਉਹਦੇ ਨਾਲ ਘੱਟੋ ਘੱਟ ਮੇਰੀ ਸ਼ਾਮ ਤੱਕ ਟੀਚਿੰਗ ਹੁੰਦੀ ਰਹੀ। ਉਹ ਤੋਂ 2 ਦਿਨ ਬਾਅਦ ਫਿਰ ਉਹਨੇ ਇੱਕ ਗਾਲ ਵੀ ਕੱਢੀ, ਫਿਰ ਉਹਨੂੰ ਦੱਸਿਆ, ਫਿਰ ਉਹ ਸੂਤ ਹੋਇਆ, ਠੀਕ ਆਇਆ ਤੇ ਕੀ ਕਹਿੰਦਾ ਮੇਰੀ ਮਾਂ ਠੀਕ ਹੋ ਜਾਊਗੀ। ਮੈਂ ਤੇਰੀ ਮਾਂ ਅਵਸ਼ ਠੀਕ ਹੋਵੇਗੀ। ਜਿਸ ਦਾ ਤੂੰ ਇਹ ਤਾਰ ਕੇ ਆ ਜਾਏਗਾ ਤੇਰੇ ਵਾਸਤੇ ਦਰਵਾਜ਼ੇ ਖੁੱਲੇ ਆ, ਕਿਉਂਕਿ ਪਰਮੇਸ਼ਰ ਨੇ ਕਿਹਾ ਜਦੋਂ ਤੂੰ ਆਵੇਂਗਾ ਤੇਰੇ ਉੱਤੇ ਕਿਰਪਾ ਹੋ ਜਾਵੇਗੀ। ਹਾਲੇਲੂਇਆ। ਠੀਕ ਹੈ, ਪਰਮੇਸ਼ਰ ਦੇ ਦਿਲ ਤੇ ਕਿਰਪਾ ਹੋ ਜਾਵੇਗੀ। ਅਸੀਂ ਕਿਰਪਾ ਲੈਣ ਆਨੇ ਆ ਤੇ ਇਹ ਕਿਰਪਾ ਅਸੀਂ ਦੂਜਿਆਂ ਨੂੰ ਵੀ ਦੱਸਣੀ ਆ, ਉਹਨਾਂ ਤੇ ਵੀ ਹੋ ਜਾਵੇ। ਉਹਦੀਆਂ ਹੋਰ ਵੀ ਭੇਡਾਂ ਨੇ, ਫਿਰ ਪੜਾਂਗੇ। ਅਤੇ ਮੇਰੀਆਂ ਹੋਰ ਵੀ ਭੇਡਾਂ ਹਨ, ਜਿਹੜੀਆਂ ਇਸ ਬਾੜੇ ਦੀਆਂ ਨਹੀਂ, ਜਿਹੜੀਆਂ ਇਸ ਚਰਚ ਦੀਆਂ ਨਹੀਂ। ਮੈਨੂੰ ਚਾਹੀਦਾ ਹੈ ਜੋ ਉਹਨਾਂ ਨੂੰ ਵੀ ਲਿਆਵਾਂ, ਮੈਂ ਉਹਨਾਂ ਨੂੰ ਵੀ ਲਿਆਵਾਂ। ਅਰੇ ਉਹ ਮੇਰੀ ਆਵਾਜ਼ ਸੁਣਨਗੀਆਂ, ਉਹ ਮੇਰੀ ਆਵਾਜ਼ ਨੂੰ ਸੁਣਨਗੀਆਂ ਅਤੇ ਇੱਕੋ ਇੱਜੜ ਅਤੇ ਇੱਕੋ ਗਿਆਨੀ ਹੋਵੇਗਾ। ਹਾਲੇਲੂਇਆ। ਇਹ ਪ੍ਰਭੂ ਯਿਸੂ ਮਸੀਹ ਨੇ ਕੀ ਹੈ? ਜਿਹੜੇ ਲੋਕ ਇੱਧਰ ਉੱਧਰ ਭੱਜ ਰਹੇ ਨੇ ਉਹਨਾਂ ਨੂੰ ਦੱਸਿਆ ਗਿਆ, ਉਹਨਾਂ ਬਾਰੇ ਕਿਹਾ ਗਿਆ। ਪ੍ਰਭੂ ਯਿਸੂ ਮਸੀਹ ਨੇ ਕਹਿੰਦਾ ਉਹਨਾਂ ਨੂੰ ਵੀ ਦੱਸੋ ਜਿਹੜੇ ਲੰਗੜੇ ਨੇ, ਜਿਹੜੇ ਅੰਨੇ ਨੇ, ਜਿਹੜੇ ਬੋਲੇ ਨੇ,
ਜਿਹੜੇ ਮੌਤ ਦੇ ਮੂੰਹ ਵਿੱਚ ਨੇ, ਜਿਨ੍ਹਾਂ ਕੋਲ ਪੈਸੇ ਨਹੀਂ ਹੈਗੇ, ਜਾਓ ਜਾ ਕੇ ਦੱਸੋ ਕਿ ਸੱਚ ਦੀ ਆਵਾਜ਼ ਸ਼ਿਮਲਾਪੁਰੀ ਗਲੀ ਨੰਬਰ 5 ਦੇ ਵਿੱਚ ਯਿਸੂ ਮਸੀਹ ਹੈਗਾ, ਜਿਹੜਾ ਉਹਨਾਂ ਨੂੰ ਚੰਗਾ ਕਰ ਸਕਦਾ। ਹਾਲੇਲੂਇਆ। ਇਹ ਚੰਗੇ ਐਵੇਂ ਨਹੀਂ ਹੁੰਦੇ, ਇਹ ਰਾਤ ਦਿਨ ਗੋਡੇ ਮਾਰਨੇ ਪੈਂਦੇ। ਘਰ ਤੇ ਕਲੇਸ਼ ਕਦੋਂ ਆ ਜਾਂਦਾ ਏ? ਜਦੋਂ ਅਸੀਂ ਪਰਮੇਸ਼ਰ ਦੇ ਕੰਮ ਨੂੰ ਛੱਡ ਦਿੰਦੇ। ਤੁਹਾਡੇ ਵਿੱਚ ਇੱਕ ਤੁਹਾਨੂੰ ਸਮਝਾਉਂਦਾ ਏ, ਤਾਂ ਅਸੀਂ ਕੀ ਕਰਦੇ ਆ? ਹੋਰ ਥਾਵਾਂ ਤੇ ਜਾ ਕੇ ਲੰਗਰ ਖਾਣਾ ਸ਼ੁਰੂ ਕਰ ਦਿੰਦੇ, ਇੱਕ ਭੁੱਖ ਨੂੰ ਮਿਟਾਉਣ ਵਾਸਤੇ। ਹੱਥ ਤੁਹਾਡੇ ਸਹੀ ਹੈ, ਸਹੀ ਹੈ ਜਾਂ ਨਹੀਂ? ਇਹ ਕਰ ਸਕਦੇ ਜਾਂ ਨਹੀਂ? ਤੇ ਕਿਉਂ ਨਹੀਂ ਕਰਦੇ? ਯਿਸੂ ਮਸੀਹ ਨੇ ਵੀ ਕੰਮ ਕੀਤਾ ਹੈ। ਇੱਥੋਂ ਤੱਕ ਮਤਲਬ ਨਾ ਰੱਖੀਏ ਅਸੀਂ ਕਿ ਸਾਡਾ ਹੁਣ ਬੱਚਾ ਚੰਗਾ ਹੋ ਗਿਆ, ਮਰਨ ਤੋਂ ਬਚ ਗਿਆ, ਤੇ ਅਸੀਂ ਹੁਣ ਉਹ ਕੰਮ ਨਾ। ਜਿਹੜਾ ਇਨਸਾਨ ਦੇਣਾ ਜਾਣਦਾ ਉਹ ਲੈਣਾ ਵੀ ਜਾਣਦਾ ਏ। ਉਹ ਜਿਉਂਦਾ ਪਰਮੇਸ਼ਵਰ ਜੇ। ਹਾਲੇਲੂਇਆ। ਉਹ ਪਰਮੇਸ਼ਵਰ ਹੈ। ਹਾਲੇਲੂਇਆ। ਕਦੇ ਆ ਛੋਟੀ ਚੁੱਕੀ ਹੋਈ ਨੂੰ ਫੁੱਲ ਲੱਗ ਸਕਦੇ ਜਿਹੜੇ ਹੱਥ ਫੜੀ ਹੁੰਦੀ? ਬੋਲੀਏ, ਨਹੀਂ ਨਾ ਲੱਗ ਸਕਦੇ। ਆਓ ਦਿਖਾਈਏ ਪਰਮੇਸ਼ਵਰ ਨੇ ਤੁਹਾਨੂੰ ਦੋ ਜਗ੍ਹਾ ਤੇ ਫੁੱਲ ਲਾਏ ਹੋਏ। ਹਾਲੇਲੂਇਆ। 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 ਇਹ ਉਹ ਪਰਮੇਸ਼ਵਰ ਹੈ ਜਿਹੜਾ ਸੁੱਕਿਆਂ ਨੂੰ। ਪਹਿਲਾ ਰਾਜਾ 8 ਦੀ 9 ਆਇਤ ਪੜਾਂਗੇ। ਪੜੀਏ ਪਹਿਲਾ ਰਾਜਾ 8 ਦੀ 9। ਕਿੱਦਾਂ ਫੁੱਲ ਲੱਗਦੇ ਨੇ? ਸੰਦੂਕ ਵਿੱਚ ਉਹਨਾਂ ਦੋਵਾਂ ਪੱਥਰਾਂ ਦੀਆਂ ਫੱਟੀਆਂ ਤੋਂ ਬਿਨਾਂ, ਸੰਦੂਕ ਦੇ ਵਿੱਚ ਇੱਕ ਉਹਨਾਂ ਦੋਵਾਂ ਫੱਟੀਆਂ ਦੇ ਬਿਨਾਂ, ਦੋਹਾਂ ਫੱਟੀਆਂ ਦੇ ਬਿਨਾਂ ਹੋਰ ਕੁਝ ਨਹੀਂ ਸੀ। ਹੋਰ ਕੁਝ ਨਹੀਂ ਸੀ। ਕੁਝ ਨਹੀਂ ਸੀ ਜਿਹੜੀਆਂ ਮੂਸਾ ਨੇ ਉਤੋਂ ਅਰੋਬ ਵਿੱਚ ਰੱਖੀਆਂ ਸਨ। ਹਾਂਜੀ। ਜਿੱਥੇ ਯਹੋਵਾ ਨੇ ਇਸਰਾਈਲੀਆਂ ਨਾਲ ਨੇਮ ਬੰਨਿਆ ਸੀ, ਜਿੱਥੇ ਯਹੋਵਾ ਨੇ ਇਸਰਾਏਲੀਆਂ ਨਾਲ ਨੇਮ ਬੰਨਿਆ ਸੀ, ਜਦ ਉਹ ਮਿਸਰ ਦੇਸ਼ ਤੋਂ ਨਿਕਲੇ, ਜਦ ਉਹ ਮਿਸਰ ਦੇਸ਼ ਤੋਂ ਨਿਕਲੇ, ਤਾਂ ਇਉਂ ਹੋਇਆ ਕਿ ਜਦ ਜਾਜਕ ਪਵਿੱਤਰ ਸਥਾਨ ਤੋਂ ਨਿਕਲੇ, ਜਦ ਜਾਜਕ ਪਵਿੱਤਰ ਸਥਾਨ ਤੋਂ ਨਿਕਲੇ, ਤਦ ਉਸ ਬੱਦਲ ਨੇ ਯਹੋਵਾ ਦੇ ਭਵਨ ਨੂੰ ਇਉਂ ਭਰ ਦਿੱਤਾ, ਤਦ ਬੱਦਲ ਨੇ ਯਹੋਵਾ ਦੇ ਭਵਨ ਨੂੰ ਏਦਾਂ ਭਰ ਦਿੱਤਾ ਕਿ ਜਾਜਕ ਬੱਦਲ ਦੇ ਕਾਰਨ ਉਪਾਸਨਾ ਕਰਨ ਲਈ, ਜਾਜਕ ਬੱਦਲ ਦੇ ਕਾਰਨ ਬੱਦਲ ਨਾਲ ਉਪਾਸਨਾ ਕਰਨ ਦੇ ਲਈ ਖਲੋ ਨਾ ਸਕੇ, ਕਿਉਂਕਿ ਯਹੋਵਾ ਦੇ ਜਲੋਂ ਨੇ ਯਹੋਵਾ ਦੇ ਜਲੋਂ ਨੇ ਯਹੋਵਾ ਯਹੋਵਾ ਦੇ ਭਵਨ ਨੂੰ ਭਰ ਦਿੱਤਾ ਸੀ। ਯਹੋਵਾ ਦੇ ਭਵਨ ਨੂੰ ਦਿੱਤਾ ਸੀ, ਜਲਾਲ ਦੇ ਨਾਲ ਭਰ ਦਿੱਤਾ ਸੀ। ਜਦੋਂ ਪਰਮੇਸ਼ਰ ਜਲਾਲ ਦੇ ਨਾਲ ਭਰ ਦਿੰਦਾ ਹੈ ਤੇ ਉਦੋਂ ਲੋਕ ਚੰਗਿਆਈ ਪਾਉਂਦੇ ਨੇ। ਹਾਂਜੀ, ਅਗੋਰ ਪੜ੍ਹੋ। ਤਾਂ ਸੁਲੇਮਾਨ ਨੇ ਆਖਿਆ, ਕਿੰਨੀ ਆਇਤ ਪੜ੍ਹ ਰਹੇ? 12 ਪੜ੍ਹੀ ਕਿੰਨੀ ਆਇਤ ਸੀ ਪਹਿਲਾਂ? ਪਹਿਲੇ 9 ਸ਼ੁਰੂ ਕੀਤੀ ਸੀ, 11 ਤੱਕ ਪੜ੍ਹੀ ਸੀ। ਹਾਲੇਲੂਇਆ। ਮੈਨੂੰ ਪਤਾ ਹੈ ਮੈਂ ਕੀ ਲਿਖਿਆ। ਕਿੰਨੀ ਆਇਤ ਪੜ੍ਹੋਗੇ? 12। ਹਾਲੇਲੂਇਆ। ਹਾਲੇਲੂਇਆ। ਭਰ ਗਿਆ, ਜਲਾਲ ਦੇ ਨਾਲ ਭਰ ਗਿਆ। ਕਾਹਦੇ ਨਾਲ ਭਰ ਗਿਆ? ਜਲਾਲ। ਜਲਾਲ ਸਮਝਦੇ ਹੋ? ਕਿੰਨੇ ਜਣੇ ਜਲਾਲ ਨੂੰ ਸਮਝਦੇ? ਹਾਲੇਲੂਇਆ। ਐਵੇਂ ਨਹੀਂ ਤੁਹਾਡਾ ਭਰਾ ਠੀਕ ਹੋਇਆ, ਇਹ ਜਲਾਲ ਨਾਲ ਭਰ ਕੇ ਠੀਕ ਹੋਇਆ। ਤੇ ਜੇ ਤੁਸੀਂ ਸਿੱਧੇ ਨਾ ਚੱਲੇ ਤੇ ਜਲਾਲ ਨਾਲ ਭਰ ਕੇ ਵੀ ਉਹ ਇੱਕ ਚੀਜ਼ ਹੋਰ ਭੇਜ ਸਕਦਾ ਜੀ। ਸ਼ਾਇਦ ਵਿੱਚ ਲਿਖਿਆ ਗਜ਼ਬ, ਜਿਹਨੂੰ ਤੇਜ਼ਾਬ ਕਹਿੰਦੇ। ਇਹ ਨਾਲ ਹੀ ਤੁਹਾਡੇ ਵਾਸਤੇ ਵਾਰਨਿੰਗ। ਤੁਸੀਂ ਸਹੀ ਚੱਲੇ ਤੇ ਤੁਹਾਡਾ ਭਰਾ ਚੰਗਾ ਹੋ ਗਿਆ। ਜਲਾਲ ਨਾ ਭਰ ਕੇ ਪਰਮੇਸ਼ਰ ਨੇ ਉਹਨੂੰ ਚੰਗਿਆਈ ਦੇ ਦਿੱਤੀ। ਜਲਾਲ ਨਾ ਭਰ ਕੇ ਤੁਹਾਡੇ ਵਿੱਚੋਂ ਦੁਸ਼ਟ ਆਤਮਾ ਬਾਹਰ ਕੱਢ ਦਿੱਤੀ। ਜੇ ਅੱਜ ਤੁਸੀਂ ਸਹੀ ਨਾ ਚੱਲੇ ਤਾਂ ਉਹੀ ਜਲਾਲ
दुनिया भर के की करेगा थोड़ी जिंदगी में। हालेलुया। मैं कुछ नहीं करना, जो करना उन्हें करना है। हालेलुया। मैं सिर्फ तुहानू दसना। हालेलुया। इब्रानियों की किताब 9:4 ਜਿਹਦੇ ਵਿੱਚ ਧੂਪ ਦਿਖਾਉਣ ਦੀ ਸੁਨਹਿਰੀ ਜਗਵੇਦੀ ਸੀ, ਜਿਹਦੇ ਵਿੱਚ ਧੂਪ ਦਿਖਾਉਣ ਦੀ ਸੁਨਹਿਰੀ ਬੇਦੀ ਸੀ। ਇਹ ਉਹ ਧੂਪ ਨਹੀਂ ਹੈਗੀ ਜਿਹਦੇ ਘਰ ਦਿਖਾਉਂਦੇ ਸੀ। ਜਿਹੜੇ ਤੇ ਜੋ ਲਗੇ ਹੋਰ ਧੂਪ ਲਿਆ ਕੇ ਸਤਾਨ ਕਰੇ। ਹਾਂਜੀ। ਅਤੇ ਨੇਮ ਦਾ ਸੰਦੂਕ, ਨੀਮ ਦਾ ਸੰਦੂਕ ਜਿਹੜਾ ਆਲੇ ਦੁਆਲੇ ਸੋਨੇ ਨਾਲ ਮੜਿਆ ਹੋਇਆ ਸੀ। ਹਾਲੇਲੂਇਆ। ਕਰਨਾ ਮੜਿਆ ਹੋਇਆ ਸੀ ਸੋਨੇ ਨਾਲ। ਸੋਨੇ ਨਾਲ ਮੜਿਆ ਹੋਇਆ ਸੀ। ਇਹ ਸੋਨਾ ਕਿਹਨੂੰ ਦਰਸਾਇਆ ਗਿਆ? ਵਚਨ ਨੂੰ ਦਰਸਾਇਆ ਗਿਆ, ਜਿਹੜਾ ਦੀ ਸਿਰ ਤੋਂ ਕੱਢ ਕੇ ਰਹਿ ਜਾਂਦਾ, ਜਿਹਨੂੰ ਤੁਸੀਂ ਸਮਝਦੇ ਨਹੀਂ ਹੈ। ਕਿੰਨਾਂ ਨੂੰ ਸਮਝ ਆ ਰਹੀ ਹੈ? ਹਾਲੇਲੂਇਆ। ਇਹ ਉਹ ਸੋਨਾ ਨਹੀਂ ਹੈ ਜਿਹੜੇ ਕਿ ਪੱਤਰੇ ਨਾਲ ਵਾਲੇ ਮੜ ਲੈ। ਇਹ ਉਹ ਸੋਨਾ ਹੈ। ਉਹ ਸੋਨਾ ਮੜ ਲਓ, ਸੰਦੂਕ ਬਣਾ ਲਓ, ਉੱਥੇ ਸੋਟੀ ਰੱਖ ਲਓ, ਸੁੱਕੀ ਜੀ ਵੇਖਦੇ ਹੋ ਕੀ ਲੱਗਦਾ। ਹਾਲੇਲੂਇਆ। ਪੜਾਂਗੇ। ਜਿਸ ਵਿੱਚ ਮਨ ਦਾ ਭਰਿਆ ਹੋਇਆ ਇੱਕ ਸੋਨੇ ਦਾ ਡੱਬਾ। ਹਾਲੇਲੂਇਆ। ਕੀ ਭਰਿਆ ਹੈ? ਮਨ ਦਾ ਸੋਨੇ ਦਾ ਭਰਿਆ ਹੋਇਆ ਡੱਬਾ। ਹਾਲੇਲੂਇਆ। ਇਹ ਤੁਹਾਡਾ ਸਰੀਰ ਹੈ, ਜਿਹੜਾ ਸੋਨੇ ਦਾ ਸਰੀਰ ਹੈ ਤੁਹਾਡਾ, ਇਹ ਜਿਹੜਾ ਮਾਸ ਦਾ ਸਰੀਰ ਹੈ। ਇਹਦੇ ਵਿੱਚ ਇੱਕ ਮਨ ਹੈ, ਮਨ ਦਾ ਡੱਬਾ ਇੱਕ। ਹਾਲੇਲੂਇਆ। ਠੀਕ ਹੈ। ਮਨ ਦਾ ਡੱਬਾ, ਤੁਹਾਡੇ ਅੰਦਰ ਇੱਕ ਮਨ ਦਾ ਡੱਬਾ ਭਰਿਆ ਹੈ ਸੋਨੇ ਦਾ। ਹਾਲੇਲੂਇਆ। ਉਹ ਵੀ ਸੋਨੇ ਦਾ ਹੈ। ਅੱਗੇ ਬੋਲਾਂਗੇ। ਅਤੇ ਹਰੂਨ ਦੀ ਛਿਪੀ, ਅਤੇ ਹਰੂਨ ਦੀ ਸੋਟੀ, ਜਿਸ ਵਿੱਚ ਲੰਗਰਾਂ ਫੁੱਟ ਨਿਕਲੀਆਂ। ਜਿਹਦੇ ਵਿੱਚ ਲੰਗਰਾਂ। ਫੁੱਲ। ਹਾਲੇਲੂਇਆ। ਹਾਲੇਲੂਇਆ। ਇਸ ਤਰ੍ਹਾਂ ਫੁੱਲ ਲੱਗ ਗਏ। ਹਰੂਨ ਦੀ ਸੋਟੀ ਨੂੰ ਕੀ ਲੱਗੇ? ਏਦਾਂ ਫੁੱਲ ਲੱਗ ਗਏ। ਫੁੱਲ ਲੱਗ ਗਏ, ਜਿਹੜੇ ਤੁਹਾਡੇ ਅੰਦਰ ਨਹੀਂ ਲੱਗੇ ਹਨ। ਜਦੋਂ ਇਹ ਫੁੱਲ ਲੱਗ ਜਾਂਦੇ ਨੇ ਤੇ ਫੇਰ ਕੰਮ ਕਰਦੇ ਨੇ। ਅਸੀਂ ਆਪਣੇ ਤੱਕ ਮਤਲਬ ਨਾ ਰੱਖੀਏ ਕਿ ਸਾਡਾ ਰਾਮਾ ਚੰਗਾ ਹੋ ਗਿਆ, ਸਾਡਾ ਬੇਟਾ ਚੰਗਾ ਹੋ ਗਿਆ, ਤੇ ਹੁਣ ਛੱਡੋ ਪਰੇ, ਚੱਲ ਜਾ ਕਰਾਂਗੇ ਐਤਵਾਰ। ਉਸ ਵਾਅਦੇ ਨੂੰ, ਨੇਮ ਨੂੰ ਯਾਦ ਕਰੋ ਜਿਹੜਾ ਤੁਹਾਡੇ ਨਾਲ ਪਹਿਲੇ ਦਿਨ ਕੀਤਾ ਸੀ। ਅਮਨ ਜੀ, ਪ੍ਰਗਟ ਜੀ, ਭੈਣ ਜੀ, ਤੁਹਾਡੇ ਨਾਲ ਪਹਿਲੇ ਦਿਨ ਵਾਅਦਾ ਹੋਇਆ ਸੀ ਬੇਟਾ ਤੁਹਾਡਾ ਠੀਕ ਹੋ ਜਾਵੇਗਾ। ਤੇ ਜੇ ਤੁਸੀਂ ਪਛਾਣ ਹਟੇ ਤਾਂ ਉਹ ਮਰ ਵੀ ਸਕਦਾ। ਜਦ ਤੱਕ ਤੁਸੀਂ ਸੱਚ ਦੀ ਆਵਾਜ਼ ਨਾਲ ਲੱਗੇ ਰਹੋਗੇ। ਪ੍ਰਵੀਨ ਜੀ, ਇਹੀ ਵਾਅਦਾ ਤੁਹਾਡੇ ਨਾਲ ਹੋਇਆ ਸੀ। ਹਾਲੇਲੂਇਆ। ਇਹ ਵਾਅਦਾ ਹੈ, ਤੇ ਜਦੋਂ ਤੁਸੀਂ ਵਾਅਦੇ ਨੂੰ ਤੋੜੋਗੇ ਉਦੋਂ ਪਰਮੇਸ਼ਵਰ ਵੀ ਵਾਅਦੇ ਨੂੰ ਤੋੜ ਦੇਵੇਗਾ। ਹਾਲੇਲੂਇਆ। ਕਹਿੰਦਾ ਮੇਰਾ ਡਰ ਤੇ ਭੈ ਆਪਣੇ ਅੰਦਰ ਰੱਖੋ। ਇਹ ਤੁਹਾਡੇ ਅੰਦਰ ਇੱਕ ਮਨ ਹੈ, ਸੋਨੇ ਦੀ ਡੱਬੀ ਹੈ, ਤੇ ਉਹਦੇ ਵਿੱਚ ਹਰੂਨ ਦੀ ਸੋਟੀ ਹੈ। ਉਹਨੂੰ ਫੁੱਲ ਤਾਂ ਲੱਗਣੇ ਨੇ ਜੇ ਤੁਸੀਂ ਇਸ ਮਨ ਨੂੰ ਪਰਮੇਸ਼ਵਰ ਦੇ ਵਿੱਚ ਲਾਈ ਰੱਖੋਗੇ ਤਾਂ। ਹਾਲੇਲੂਇਆ। ਜੇ ਤੁਸੀਂ ਭੁੱਖ ਵੇਲੇ ਲੱਗੀ ਹੈ ਤੇ ਮੈਂ ਜਾ ਕੇ ਉੱਥੇ ਭਾਈ ਨਗਰ ਚੋਂ ਖਾਵਾਂ, ਤੇ ਗਲਤ ਜੇ ਤੁਸੀਂ, ਗਲਤ ਜੇ। ਮਿਹਨਤ ਕਰੋ, ਕੰਮ ਕਰੋ। ਕੰਮ ਕਰਨਾ ਕੋਈ ਗੁਨਾਹ ਨਹੀਂ। ਤੁਹਾਡੇ ਮਗਰ ਭੈਣ ਆਸ਼ਾ ਕਰਦੀ ਹੈ, ਵਿੱਚੋਂ ਕੰਮ ਕਰਦੀ ਕਿ ਨਹੀਂ? ਤੁਹਾਡੇ ਮਗਰ ਭੈਣ ਪ੍ਰਵੀਨ ਬੈਠੀ, ਵਿੱਚੋਂ ਕੰਮ ਕਰਦੀ ਕਿ ਨਹੀਂ? ਤੁਹਾਡੇ ਹੱਥਾਂ ਨੂੰ ਕਿਉਂ ਛਾਲੇ ਪੈ ਗਏ ਆ? ਹਾਲੇਲੂਇਆ। ਕੰਮ ਕਰੋ, ਕੰਮ, ਮਿਹਨਤ ਕਰੋ, ਇੱਜ਼ਤ ਨਾ ਕਰੋ, ਇੱਜ਼ਤ ਨਾ ਕਰੋ। ਜਦੋਂ ਕੰਮ ਕਰਨ ਲੱਗ ਜਾਓਗੇ ਤੁਹਾਡੇ ਸਰੀਰ ਦੇ ਵਿੱਚ ਬਲ ਆ ਜਾਵੇਗਾ, ਤੁਹਾਡੇ ਸਰੀਰ ਦੇ ਵਿੱਚ ਸ਼ਕਤੀ ਆ ਜਾਵੇਗੀ। ਹੋਰ ਕੀ
ਰੂਹ ਦੀ ਛਿੜੀ ਜਿਸ ਵਿੱਚ ਲੰਗਰਾਂ ਫੁੱਟ ਨਿਕਲੀਆਂ ਹਾਂਜੀ। ਅਤੇ ਨੇਮ ਦੀਆਂ ਪੱਟੀਆਂ ਸਨ। ਹਾਲੇਲੂਇਆ। ਇਹ ਜੀ ਨੇਮ ਦੀਆਂ ਫੱਟੀਆਂ ਵਚਨ ਸੀਗਾ ਇਹ, ਤੁਹਾਡੇ ਅੰਦਰ ਉਹ ਵਚਨ ਪੈਦਾ ਹੋ, ਉਹ ਹੁਕਮ ਪੈਦਾ ਹੋਣ ਤੁਹਾਡੇ ਅੰਦਰ। हालेलुया। वो कहता तू मुझे छोड़ के दूसरों को ईश्वर करके ना मान। यीशु मसीह की मूर्ता नु ना पूजन लग गई। यीशु मसीह का हुक्म मूरत पूजन वाला खुद मूरत बन जाता जे। ਇਹਦੇ ਨਾਲ ਆਪਣੇ ਮਾਂ-ਬਾਪ ਦੀ ਸੇਵਾ ਕਰ ਲਵੋ, ਉਹ ਚੰਗੀ ਸੀ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਮੂਰਤ ਨਾ ਪੂਜ, ਇਹਨਾਂ ਮੂਰਤ ਪੂਜਣ ਵਾਲੇ ਯਿਸੂ ਦੇ ਨਾਲ ਸੰਗ ਵੀ ਨਾ ਰੱਖੋ। ਇੱਥੋਂ ਤੱਕ ਪਰਮੇਸ਼ਰ ਮਨਾ ਕਰਦਾ, ਦੂਜੇ ਪਾਸੇ ਮੈਂ ਕੁਝ ਬੋਲਦਾ ਹੀ। ਕਹਿੰਦਾ ਤੂੰ ਮੈਨੂੰ ਛੋੜ ਕੇ ਕੋਈ ਹੋਰ ਮੂਰਤ ਨਾ ਬਣਾ। ਕਹਿੰਦਾ ਤੂੰ ਮੇਰਾ ਨਾਮ ਵਿਅਰਥ ਨਾ ਲੈ, ਤੂੰ ਆਪਣੇ ਮਾਤਾ ਪਿਤਾ ਦਾ ਆਗਿਆਕਾਰੀ ਬਣ। ਹਾਲੇਲੂਇਆ। ਕੌਣ ਹੈ ਤੁਹਾਡਾ ਮਾਤਾ? ਜੰਮਣ ਵਾਲਾ। ਜੰਮਣ ਵਾਲਾ ਇਹ ਰਾਮੇ ਨੂੰ ਠੀਕ ਕਰ ਸਕਿਆ? ਯਿਸੂ ਮਸੀਹ ਨੇ ਚੰਗਾ ਕੀਤਾ ਸੀ, ਪ੍ਰਾਰਥਨਾ ਕੀਤੀ ਤੇ ਉਹ ਤੁਹਾਡਾ ਪਿਓ ਤੇ ਉਹਦਾ ਨਹੀਂ ਬਣਾ। ਹਾਲੇਲੂਇਆ, ਹਾਲੇਲੂਇਆ। ਉਹ ਵਾ ਤੁਹਾਡਾ ਪਿਓ, ਉਹ ਵਾ ਤੁਹਾਡੀ ਮਾਂ। ਪਿਓ ਤਾਂ ਮਰ ਜਾਂਦਾ ਏ, ਮਾਂ ਹੋਰ ਪਿਓ ਦਾ ਪਿਓ ਤਿਆਰ ਕਰ ਲੈਂਦੀ ਹੈ, ਪਰ ਯਿਸੂ ਮਸੀਹ ਮਰ ਕੇ ਤੀਸਰੇ ਦਿਨ ਪੁੱਜਿਆ ਜੋ ਜੀ ਉੱਠਿਆ। ਹਾਲੇਲੂਇਆ, ਹਾਲੇਲੂਇਆ। ਇਹ ਪਰਮੇਸ਼ਰ ਦਾ ਵਚਨ ਹੈ, ਇਹਨੂੰ ਯਾਦ ਰੱਖੀਏ। ਕਹਿੰਦਾ ਚੋਰੀ ਨਾ ਕਰ, ਬੇਵਿਚਾਰ ਨਾ ਕਰ, ਵਿਆਹ ਤੋਂ ਬਗੈਰ ਕਿਸੇ ਮਰਦ ਦੇ ਨੂੰ ਆਪਣਾ ਸਰੀਰ ਨਾ ਦੇ, ਨਾ ਲੜਕਾ ਦਵੇ ਨਾ ਲੜਕੀ ਦਵੇ। ਅੱਗੇ ਉਹਨੇ ਕਿਹਾ ਚੋਰੀ ਨਾ ਕਰ। ਜੇ ਮੇਰੀ ਵਾਈਫ ਨੇ ਮੇਰੇ ਤੋਂ ਚੋਰੀ ਕਰਕੇ ਆਪਣੇ ਪੇਕਿਆਂ ਘਰ ਕੁਝ ਭੇਜ ਦਿੱਤਾ ਨਾ ਪੇਕਿਆਂ ਦਾ ਕੁਝ ਰਹਿਣਾ ਤੇ ਨਾ ਇਹਦਾ ਰਹਿਣਾ ਹੈ। ਇਸ ਗੱਲ ਨੂੰ ਨੋਟ ਕਰੋ। ਨਾ ਪੇਕਿਆਂ ਦੇ ਘਰ ਕੁਝ ਰਹਿਣਾ, ਨਾ ਉੱਥੇ ਕੁਝ ਬਣਨਾ ਹੈ ਤੇ ਨਾ ਉੱਥੇ ਬਣਨਾ। ਹਾਲੇਲੂਇਆ, ਕੁਝ ਨਹੀਂ ਬਣਨਾ ਹੈ। ਜੇ ਚੋਰੀ ਕਰਕੇ ਇੱਧਰ ਉੱਧਰ ਕਰ ਲੈ, ਚੋਰੀ 1 ਰੁਪਏ ਦੀ ਵੀ ਚੋਰੀ ਕਰੋੜਾਂ ਦੀ, ਚੋਰੀ 50,000 ਦੀ। ਪਤੀ ਪੁੱਛਦਾ ਹੈ 50,000 ਕਿੱਥੇ ਗਿਆ, ਤੇ ਪਤਨੀ ਚੁੱਪ ਕਰਕੇ ਬੈਠੀ। ਫਿਰ ਉਹ ਚੋਰੀ ਨਹੀਂ ਤਾਂ ਹੋਰ ਕੀ ਹੈ? ਚੋਰੀ ਹੈ, ਚੋਰੀ ਆਓ। ਕਈ ਵਾਰ ਪਤੀ ਇਸ ਕੰਮ ਵਿੱਚ ਨਸ਼ੇ 'ਚ ਲੱਗ ਜਾਂਦੇ, ਕਈ ਵਾਰ ਬਦਕਾਰੀਆਂ ਤੋਂ ਲੱਗ ਜਾਂਦੇ ਨੇ। ਇਹ ਲੱਭਣਾ ਹੈ ਇਹ ਕਿਉਂ ਹੋਇਆ ਹੈ। ਚੋਰੀ ਕਾਰਨ ਹੋਇਆ, ਬਦਕਾਰੀ ਕਾਰਨ ਹੋਇਆ। ਇਹ ਕਿਉਂ ਸ਼ੈਤਾਨ ਆਸਮਾਇਆ ਇਹਨਾਂ ਦੇ ਵਿੱਚ? ਕਿਤੇ ਨਾ ਕਿਤੇ ਗਲਤੀ ਹੋਈ ਹੈ। ਜਿਸ ਤਰ੍ਹਾਂ ਉਤਪਤੀ ਕਿਤਾਬ ਦੇ ਵਿੱਚ ਹਵਾ ਕੋਲੋਂ ਗਲਤੀ ਹੋਈ ਸੀ ਜੋ ਘਰੋਂ ਬਾਹਰ ਨਿਕਲੇ ਸੀ। ਹਾਲੇਲੂਇਆ, ਹਾਲੇਲੂਇਆ। ਇਸ ਗਲਤੀ ਨੂੰ ਫੜਨਾ ਸੀ, ਇਹ ਗਲਤੀ ਲੱਭਣੀ ਹੈ ਕਿੱਥੇ ਹੋਈ ਹੈ। ਇਹਨਾਂ ਸੱਚਾਈ ਨੂੰ ਜਾਣੋਗੇ ਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਜਦੋਂ ਆਪਣੀ ਗਲਤੀ ਮੰਨੀ ਜਾਂਦੀ ਹੈ, ਪ੍ਰਭੂ ਕਹਿੰਦਾ ਮੇਰੇ ਕੋਲ ਆ, ਇਹ ਭਾਰ ਥੱਲੇ ਦੱਬੇ ਹੋਇਓ, ਮੇਰੇ ਪਾਸ ਆਓ, ਮੈਂ ਤੁਹਾਡਾ ਜੁੱਲੇ ਨੂੰ ਹਲਕਾ ਕਰ ਦੂੰਗਾ। ਆਮੀਨ। ਇਹ ਭਾਰੀ ਜੁੱਲਾ ਕਿਹੜਾ ਹੈ? ਇਹ ਚੋਰੀਆਂ ਤੇ ਬਦਕਾਰੀਆਂ ਵਾਲਾ ਹੈ। ਪ੍ਰਭੂ ਇਹੀ ਸਿਖਾਉਂਦਾ, ਚੋਰੀ ਨਾ ਕਰ, ਬਦਕਾਰੀ ਨਾ ਕਰ। ਇਹ ਪ੍ਰਾਰਥਨਾ ਅੰਦਰ ਹੋਏਗੀ ਤੁਹਾਡੇ ਅੰਦਰ ਤੇ ਸੋਨੇ ਦਾ ਮਨ ਟਿੱਬੀ ਹੋਵੇਗੀ।
ਉਹਦੇ ਵਿੱਚ ਫਿਰ ਫੁੱਲ ਲੱਗ ਜਾਣਗੇ। ਕੀ ਲੱਗ ਜਾਣਗੇ? ਫੁੱਲ ਲੱਗ ਜਾਣਗੇ। ਤੇ ਉਹ ਫੁੱਲ ਕੀ ਕਰਨਗੇ? ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਮਹੱਤਵ ਲਿਆਉਣਗੇ। ਤੇ ਫਿਰ ਉਹ ਕਹੇਗਾ ਉਹ ਭੇਡਾਂ ਜਿਹੜੀਆਂ ਲੰਗੜੀਆਂ ਨੇ ਉਹਨਾਂ ਨੂੰ ਵੀ ਯਿਸੂ ਮਸੀਹ ਦੇ ਕੋਲ ਲੈ ਕੇ ਆਈ। ਅਜੇ ਤੁਹਾਡੇ ਅੰਦਰ ਫੁੱਲ ਨਹੀਂ ਲੱਗੇ, ਫੁੱਲ ਲਾਉਣੇ ਆਪਣੇ ਅੰਦਰ। ਫੁੱਲ ਐਵੇਂ ਨਹੀਂ ਲੱਗ ਜਾਂਦੇ। ਫੁੱਲਾਂ ਵਾਸਤੇ ਦਰੀਆਂ ਵਿਛਾਉਣੀਆਂ ਪੈਂਦੀਆਂ ਨੇ। ਕਈ ਉੱਠ ਕੇ 1.5 ਸਾਲ ਦੇ ਵਿੱਚ ਹੀ ਪਾਸਟਰ ਬਣ ਜਾਂਦੇ ਨੇ। ਮੈਂ ਪਾਸਟਰ ਹਾਂ। ਇੱਕ ਵਾਰ ਅਜੇ ਬਾਈਬਲ ਨਹੀਂ ਪੜ੍ਹੀ ਤੇ ਕਹਿ ਦਿੰਦੇ ਅਸੀਂ ਪਾਸਟਰ ਆ, ਮੈਨੂੰ ਆਤਮਾ ਕਹਿੰਦਾ ਪਰਮੇਸ਼ਵਰ ਦਾ। ਅਜੇ ਉਸ ਪਾਸਟਰ ਤੱਕ ਇਹ ਆਵਾਜ਼ ਪਹੁੰਚ ਜਾਵੇ, ਇਹ ਆਤਮਾ ਕਦੇ ਪਤਾ ਕੀਤਾ ਹੀ ਅਬਲੀਸ ਦਾ ਵਾ ਜਾਂ ਪ੍ਰਭੂ ਯਿਸੂ ਮਸੀਹ ਦਾ। ਜੇ ਤੇਰੇ ਅੰਦਰ ਆਤਮਾ ਯਿਸੂ ਮਸੀਹ ਦਾ ਹੈ ਤਾਂ ਉਹ ਡੱਬੀ ਸੋਨੇ ਦੀ ਹੈ, ਉਹ ਮਨ ਸੋਨੇ ਦਾ ਹੈ, ਰੂਮ ਦੀ ਛੜੀ ਉੱਥੇ ਹੈ, ਉੱਥੇ ਫੁੱਲ ਲੱਗੇ ਹੋਏ ਹੈ। ਹਾਲੇਲੂਇਆ। ਫਿਰ ਉੱਥੋਂ ਫੁੱਲਾਂ ਦੀ ਕੀ ਆਉਂਦੀ ਹੈ? ਖੁਸ਼ਬੂ ਆਉਂਦੀ ਹੈ। ਖੁਸ਼ਬੂ ਆਉਂਦੀ ਹੈ, ਬਦਬੂ ਨਹੀਂ ਆਉਂਦੀ ਹੈਗੀ। ਹਾਲੇਲੂਇਆ। ਹੁਣ ਆਪਾਂ ਕੀ ਲੈਣੀ ਚਾਹੁੰਦੇ ਹਾਂ? ਖੁਸ਼ਬੂ ਜਾਂ ਬਦਬੂ? ਤੁਹਾਨੂੰ ਪ੍ਰਭੂ ਖੁਸ਼ਬੂ ਦਾ ਆਮੀਨ ਤੁਹਾਡੇ ਅੰਦਰ ਵੱਡੀ ਕਿਰਪਾ ਕਰੇਗਾ। ਹਾਲੇਲੂਇਆ। ਆਪਣੇ ਅੰਦਰ ਇੱਕ ਸੋਹਣੇ ਦਾ ਆ ਕਵਰ ਜੜਿਆ ਹੋਇਆ ਹੈ, ਅੰਦਰ ਮਨ ਹੋ ਗਿਆ ਪੂਰੀ। ਹਾਲੇਲੂਇਆ। ਇਹ ਚੀਜ਼ ਤਿਆਰ ਕਰਨੀ, ਫਿਰ ਤੁਹਾਡੇ ਸੁੱਕੇ ਹੱਡੀਆਂ 'ਚ ਵੀ ਜਾਨ ਇਸ ਤਰ੍ਹਾਂ ਲਾਵੇ ਦੀ ਤਰ੍ਹਾਂ ਪੈ ਜਾਵੇ। ਫਿਰ ਉਸ ਘਰ 'ਚ ਭੁੱਖ ਨਹੀਂ ਰਹੇਗੀ। ਜਦੋਂ ਬਦਕਾਰੀ ਛੱਡ ਦੇਵੋਗੇ, ਹਰਾਮਜ਼ਾਦੀ ਛੱਡ ਦੇਵੋਗੇ, ਉਸ ਦਿਨ ਜਦੋਂ ਪਰਾਏ ਮਰਦ ਦੇ ਨਾਲ ਜਿਹਨਾਂ ਵਿਆਹ ਨਹੀਂ ਕੀਤਾ ਉਹਨਾਂ ਸੰਪਰਕ ਕਰਨਾ ਛੱਡ ਦੇਵੋਗੇ। ਤੇ ਜਿਸ ਦਿਨ ਤੁਸੀਂ ਪਰਮੇਸ਼ਵਰ ਦੇ ਘਰ ਵਿੱਚ ਆਪਣੀ ਕਮਾਈ ਦਾ ਹੱਸ ਕੇ ਬੀਜਣ ਲੱਗੇ, ਖੁਸ਼ ਹੋ ਕੇ ਬੀਜਣ ਲੱਗੇ, ਤਾਂ ਉਸ ਕਮਾਈ 'ਚ ਵੀ ਵਾਧੇ ਆ ਜਾਣਗੇ। ਆਮੀਨ ਆਮੀਨ ਆਮੀਨ। ਹਾਲੇਲੂਇਆ। ਜ਼ਬੂਰ ਨੰਬਰ 91